ਸਤਿ ਸ਼੍ਰੀ ਅਕਾਲ ਦੋਸਤੋ, ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ। ਅੱਜ ਦੀ ਵੀਡੀਓ ਵਿੱਚ ਬਾਲ ਵਿਕਾਸ ਦੇ ਕੁਝ ਪ੍ਰਸ਼ਨਾਂ ਨੂੰ ਡਿਸਕਸ ਕਰਨ ਜਾ ਰਹੇ ਹਾਂ। ਇਹ ਵੀਡੀਓ ਤੁਹਾਡੇ ਪੀਐਸ ਟੈਟ ਦੇ ਪੇਪਰ 1 ਅਤੇ ਪੇਪਰ 2 ਦੋਨਾਂ ਲਈ ਹੀ ਯੂਸਫੁਲ ਹੈ। ਸੋ ਇਸ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ ਐਂਡ ਇਸ ਸੈਸ਼ਨ ਦੀ PDF ਨੂੰ ਆਪਾਂ ਸੈਂਡ ਕਰ ਦਾਂਗੇ ਆਪਣੇ ਟੈਲੀਗ੍ਰਾਮ ਚੈਨਲ ਜਿਹਦਾ ਨੇਮ ਹੈਗਾ ਜੀ ਡੋਰਸਟੈਪ ਐਜੂਕੇਸ਼ਨ ਪੁਆਇੰਟ। ਜੇਕਰ ਤੁਸੀਂ ਇਹਨਾਂ ਵੀਡੀਓਜ਼ ਨੂੰ ਸਮਝ ਲੈਂਦੇ ਹੋ, ਇਹਨਾਂ ਦੇ ਕਨਸੈਪਟ ਨੂੰ ਸਮਝ ਲੈਂਦੇ ਹੋ ਤਾਂ ਤੁਹਾਡੇ ਪੇਪਰਾਂ ਵਿੱਚ ਚੰਗੇ ਨੰਬਰ ਆਉਣਗੇ। ਸੋ ਸ਼ੁਰੂਆਤ ਕਰਦੇ ਹਾਂ ਜੀ ਅੱਜ ਦੇ ਆਪਣੇ ਪਹਿਲੇ ਪ੍ਰਸ਼ਨ ਤੋਂ। ਲਾਸਟ ਤੇ ਤੁਸੀਂ ਮੈਨੂੰ ਇਹ ਜ਼ਰੂਰ ਦੱਸਿਓ ਤੁਹਾਡੇ ਇੱਥੇ 15 ਵਿੱਚੋਂ ਕਿੰਨੇ ਨੰਬਰ ਬਣੇ ਨੇ ਐਂਡ ਜਦੋਂ ਮੈਂ ਇੱਥੇ ਕੁਐਸਚਨ ਪੜੂੰਗਾ ਤੁਸੀਂ ਵੀ ਉਹਨਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਿਓ ਮੇਰੇ ਜਵਾਬ ਦੇਣ ਤੋਂ ਪਹਿਲਾਂ। ਪਹਿਲਾ ਪ੍ਰਸ਼ਨ ਦੇਖੋ, ਦ ਐਬਿਲਿਟੀ ਟੂ ਗਰੁੱਪ ਆਬਜੈਕਟਸ ਟੂਗੈਦਰ ਔਨ ਦ ਬੇਸਿਸ ਆਫ ਕਾਮਨ ਫੀਚਰਸ ਅਕੋਰਡਿੰਗ ਟੂ ਜੀਨ ਪਿਆਜੇ ਕੋਗਨੇਟਿਵ ਥਿਊਰੀ ਇਜ਼ ਟਰਮ ਐਸ। ਕਿ ਜਦੋਂ ਗੱਲ ਕਰ ਰਹੇ ਹਾਂ ਆਪਾਂ ਕਿ ਇੱਕੋ ਜਿਹੀਆਂ ਵਿਸ਼ੇਸ਼ਤਾਵਾਂ ਦੇ ਆਧਾਰ ਤੇ ਵਸਤੂਆਂ ਦਾ ਇਕੱਠਾ ਸਮੂਹ ਕਰਨ ਦੀ ਕਾਬਲੀਅਤ ਨੂੰ ਜੀਨ ਪਿਆਜੇ ਦੇ ਬੌਧਿਕ ਵਿਕਾਸ ਦੇ ਸਿਧਾਂਤ ਅਨੁਸਾਰ ਕਿਹਾ ਕੀ ਜਾਂਦਾ ਆ ਕਿ ਇਹਨੂੰ ਐਸਿਮੀਲੇਸ਼ਨ ਕਹਿੰਦੇ ਹੋ, ਇਕਮਿਕ ਕਰਨਾ, ਅਕਮੋਡੇਸ਼ਨ, ਸਮਾਯੋਜਨ, ਕਲਾਸੀਫਿਕੇਸ਼ਨ, ਵਰਗੀਕਰਨ, ਕਲਾਸ ਇਨਕਲੂਜਨ, ਵਰਗ ਜਮਾਤ ਵਿੱਚ ਸ਼ਾਮਿਲ ਕਰਨਾ। ਸੋ ਇੱਥੇ ਟੁਗੈਦਰ ਔਨ ਦ ਬੇਸਿਸ ਆਫ ਕਾਮਨ ਫੀਚਰ ਕਿ ਜਦੋਂ ਆਪਾਂ ਕੁਝ ਇੱਕੋ ਜਿਹੀਆਂ ਵਿਸ਼ੇਸ਼ਤਾਵਾਂ ਵਾਲੀਆਂ ਚੀਜ਼ਾਂ ਨੂੰ ਉਸ ਦੇ ਆਧਾਰ 'ਤੇ ਆਪਾਂ ਇਕੱਠਾ ਕਰ ਰਹੇ ਹਾਂ ਤਾਂ ਇਹਨੂੰ ਆਪਾਂ ਕਵਾਂਗੇ, ਕੀ ਕਵਾਂਗੇ ਦੱਸੋ ਸਹੀ ਜਵਾਬ? ਕਲਾਸੀਫਿਕੇਸ਼ਨ। ਆਪਸ਼ਨ ਨੰਬਰ C ਇਜ਼ ਦ ਰਾਈਟ ਆਂਸਰ ਕਿ ਕਲਾਸੀਫਿਕੇਸ਼ਨ ਜਾਂ ਫਿਰ ਵਰਗੀਕਰਨ। ਗੱਲ ਕਰਦੇ ਹਾਂ ਪਿਆਜੇ ਦੀ ਕਿ ਇਹ ਟਰਮ ਪਿਆਜੇ ਦੁਆਰਾ ਦਿੱਤੀ ਗਈ ਹੈ। ਐਸਿਮੀਲੇਸ਼ਨ ਤੇ ਐਕਮੋਡੇਸ਼ਨ ਵੀ ਇਹਨਾਂ ਦੁਆਰਾ ਹੀ ਦਿੱਤੀ ਗਈ ਹੈ। ਪਹਿਲਾਂ ਤਾਂ ਤੁਸੀਂ ਜਵਾਬ ਤੇ ਲਗਾ ਲਓ ਟਿਕ ਤੇ ਅੱਗੇ ਵੇਖੋ। ਅੱਗੇ ਆਪਾਂ ਗੱਲ ਕਰ ਰਹੇ ਹਾਂ ਇਹਨਾਂ ਦੁਆਰਾ ਐਸਿਮੀਲੇਸ਼ਨ ਤੇ ਐਕਮੋਡੇਸ਼ਨ ਜਿਹੜੀ ਗੱਲ ਕੀਤੀ ਗਈ ਹੈ, ਜਿਵੇਂ ਕਿ ਜਦੋਂ ਤੁਹਾਡੇ ਦਿਮਾਗ ਵਿੱਚ ਨਵੀਂ ਜਾਣਕਾਰੀ ਐਡ ਹੁੰਦੀ ਹੈਗੀ ਹੈ ਉਹਨੂੰ ਤੁਸੀਂ ਕਹਿੰਦੇ ਕੀ ਹੋ? ਉਹਨੂੰ ਤੁਸੀਂ ਐਸਿਮੀਲੇਸ਼ਨ ਨਾਮ ਦਿੰਦੇ ਹੋ। ਪਰ ਜਦੋਂ ਉਸ ਨਵੀਂ ਜਾਣਕਾਰੀ ਦੇ ਵਿੱਚ ਕੋਈ ਤਬਦੀਲੀ ਆਵੇ, ਪਹਿਲਾਂ ਤੁਸੀਂ ਕੋਈ ਗਲਤ ਜਾਣਕਾਰੀ ਭਰੀ ਹੋਈ ਸੀਗੀ ਪਰ ਕਿਸੇ ਨੇ ਉਸ ਜਾਣਕਾਰੀ ਵਿੱਚ ਕੋਈ ਤਬਦੀਲੀ ਲੈ ਆਂਦੀ, ਮੋਡੀਫਿਕੇਸ਼ਨ ਕਰਤੀ, ਐਡੀਸ਼ਨ ਕਰਤੀ, ਤਾਂ ਉਹਨੂੰ ਤੁਸੀਂ ਐਕਮੋਡੇਸ਼ਨ ਦਾ ਨਾਮ ਦਿੰਦੇ ਹੋ। ਗੱਲ ਕਰਦੇ ਹਾਂ ਇੱਕ ਉਦਾਹਰਣ ਦੀ। ਮੰਨ ਲਓ ਕੋਈ ਬੱਚਾ ਸੀ, ਉਹਦੇ ਦਿਮਾਗ ਵਿੱਚ ਇਹ ਪਾ ਦਿੱਤਾ ਗਿਆ ਕਿ ਜਿਹੜਾ ਕੁੱਤਾ ਹੁੰਦਾ ਆ ਉਹਦੀਆਂ 4 ਲੱਤਾਂ ਹੁੰਦੀਆਂ ਨੇ, 4 ਲੱਤਾਂ ਹੁੰਦੀਆਂ ਨੇ, ਇੱਕ ਪੂੰਛ ਹੁੰਦੀ ਹੈਗੀ ਆ, ਕੰਨ ਹੁੰਦੇ ਆ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜਦੋਂ ਉਹਦੇ ਦਿਮਾਗ ਵਿੱਚ ਕੁੱਤੇ ਦੀ ਇਨਫੋਰਮੇਸ਼ਨ ਆਪਾਂ ਪਾ ਦਿੱਤੀ ਕਿ ਵੀ ਇਸ ਤਰ੍ਹਾਂ ਦਾ ਹੁੰਦਾ ਕੁੱਤਾ, ਤਾਂ ਉਹਨੂੰ ਤੁਸੀਂ ਕਹਿ ਲਓ ਕਿ ਉਹ ਹੈਗੀ ਆ ਜੀ ਐਸਿਮੀਲੇਸ਼ਨ। ਪਰ ਜਦੋਂ ਉਸ ਬੱਚੇ ਨੇ ਇੱਕ ਬਾਹਰ ਬਿੱਲੀ ਦੇਖੀ, ਉਹਨੂੰ ਵੀ ਕੁੱਤਾ ਕਹਿਣਾ ਸ਼ੁਰੂ ਕਰਤਾ। ਫਿਰ ਉਹਦੇ ਦਿਮਾਗ ਵਿੱਚ ਪਾਇਆ ਗਿਆ ਕਿ ਨਹੀਂ ਯਾਰ ਇਹ ਕੁੱਤਾ ਨਹੀਂ ਆ, ਇਹ ਬਿੱਲੀ ਹੈ, ਮਤਲਬ ਬਿੱਲੀ ਨੂੰ ਕੁੱਤਾ ਕਹਿ ਰਿਹਾ ਸੀ। ਫਿਰ ਉਹਨੂੰ ਸਮਝਾਇਆ ਗਿਆ ਕਿ ਬਿੱਲੀ ਥੋੜ੍ਹੀ ਜਿਹੀ ਛੋਟੀ ਹੁੰਦੀ ਹੈ। ਸੋ ਇਸ ਕਰਕੇ ਜਦੋਂ ਉਹ ਸਾਰੀਆਂ ਗੱਲਾਂ ਦਿਮਾਗ ਵਿੱਚ ਪੈ ਗਈਆਂ, ਪਹਿਲਾਂ ਵਾਲੀ ਜਾਣਕਾਰੀ ਦੇ ਵਿੱਚ ਮੋਡੀਫਿਕੇਸ਼ਨ ਕੀਤੀ ਗਈ, ਐਡੀਸ਼ਨ ਕੀਤੀ ਗਈ। ਸੋ ਇਸ ਕਰਕੇ ਜਿਹੜੀ ਨਵੀਂ ਜਾਣਕਾਰੀ ਆ ਗਈ ਆ, ਹੁਣ ਪਹਿਲਾਂ ਵਾਲੀ ਜਾਣਕਾਰੀ ਸੀਗੀ ਜਿਹੜੀ ਨਵੀਂ ਸੀ ਉਹ ਤਾਂ ਸੀਗੀ ਐਸਿਮੀਲੇਸ਼ਨ। ਹੁਣ ਪਹਿਲਾਂ ਵਾਲੀ ਜਾਣਕਾਰੀ ਦੇ ਵਿੱਚ ਥੋੜ੍ਹੀ ਜਿਹੀ ਤਬਦੀਲੀ ਆ ਗਈ, ਉਹਨੂੰ ਤੁਸੀਂ ਨਾਮ ਦਿੰਦੇ ਹੋ ਐਕਮੋਡੇਸ਼ਨ ਦਾ। ਹੋਪ ਸੋ ਤੁਸੀਂ ਗੱਲ ਨੂੰ ਸਮਝ ਗਏ ਹੋਣੇ ਆ। ਥੱਲੇ ਦਿੱਤੀਆਂ ਗਈਆਂ ਆਪਸ਼ਨਾਂ ਦੇ ਵਿੱਚੋਂ ਦੱਸੋ ਕਿ ਐਸ ਫੈਕਟਰ ਇਨ ਸਪੀਅਰਮੈਨ 2 ਫੈਕਟਰ ਥਿਊਰੀ, ਕਿ ਦੱਸੋ ਕਿਹੜਾ ਆ ਐਸ ਫੈਕਟਰ ਥਿਊਰੀ। ਸਪੀਅਰਮੈਨ ਦੇ 2 ਫੈਕਟਰ ਸਿਧਾਂਤ ਵਿੱਚ ਹੇਠ ਦਿੱਤਿਆਂ ਵਿੱਚੋਂ ਕਿਹੜਾ ਐਸ ਫੈਕਟਰ ਪਰਿਭਾਸ਼ਿਤ ਕਰਦਾ ਹੈ? ਇਹਦਾ ਮਤਲਬ ਇਹ ਹੋਇਆ ਕਿ ਸਪੀਅਰਮੈਨ ਨੇ ਕੋਈ 2 ਫੈਕਟਰ ਥਿਊਰੀ ਦਿੱਤੀ ਸੀਗੀ। 2 ਫੈਕਟਰ ਥਿਊਰੀ ਦੇ ਵਿੱਚ ਇੱਕ ਐਸ ਫੈਕਟਰ ਵੀ ਹੈਗਾ ਸੀਗਾ ਤੇ ਦੂਜਾ ਕਿਹੜਾ ਫੈਕਟਰ ਸੀਗਾ ਉਹਦੇ ਬਾਰੇ ਤਾਂ ਮੈਂ ਦੱਸੂਗਾ। ਪਹਿਲਾਂ ਪ੍ਰਸ਼ਨ ਨੂੰ ਸਮਝ ਲੈਂਦੇ ਹਾਂ ਕਿ ਸਪੀਅਰਮੈਨ ਦੁਆਰਾ ਜਿਹੜਾ 2 ਫੈਕਟਰ ਦਾ ਸਿਧਾਂਤ ਦਿੱਤਾ ਗਿਆ ਸੀਗਾ ਤੇ ਉਹਦੇ ਵਿੱਚ ਹੈ ਕੀ ਇਸ ਤੋਂ? ਕੀ ਇਹ ਸਪੈਸ਼ਲ ਫੈਕਟਰ ਹੈ ਜਾਂ ਫਿਰ ਸੋਸ਼ਲ ਫੈਕਟਰ ਹੈ, ਸਪੈਸੀਫਿਕ ਫੈਕਟਰ ਹੈ ਜਾਂ ਫਿਰ ਸਿਸਟਮੈਟਿਕ ਫੈਕਟਰ ਹੈ? ਸਹੀ ਜਵਾਬ ਦੀ ਗੱਲ ਕਰੀਏ ਤਾਂ ਆਪਸ਼ਨ ਨੰਬਰ C ਜਵਾਬ ਤੁਹਾਡਾ ਸਹੀ ਹੋਏਗਾ। ਸਪੈਸੀਫਿਕ ਫੈਕਟਰ ਇਹਦਾ ਸਹੀ ਜਵਾਬ ਹੈ। ਸਪੈਸੀਫਿਕ ਫੈਕਟਰ ਤੇ ਜਰਨਲ ਫੈਕਟਰ ਇਹਨਾਂ ਦੁਆਰਾ ਜਿਹੜੀ ਥਿਊਰੀ ਦਿੱਤੀ ਗਈ ਸੀਗੀ ਸਪੀਅਰਮੈਨ ਦੀ। ਸਪੀਅਰਮੈਨ ਨੇ ਇੱਕ ਥਿਊਰੀ ਦਿੱਤੀ ਸੀਗੀ ਜਿਹਦੇ ਵਿੱਚ ਇਹਨਾਂ ਨੇ ਜਰਨਲ ਫੈਕਟਰ ਦੀ ਗੱਲ ਕੀਤੀ, ਸਪੈਸੀਫਿਕ ਫੈਕਟਰ ਦੀ ਗੱਲ ਕੀਤੀ। ਜਰਨਲ ਫੈਕਟਰ ਦੇ ਵਿੱਚ ਕਿਸੇ ਬੱਚੇ ਕੋਲ, ਕਿਸੇ ਪਰਸਨ ਕੋਲ ਇਹੋ ਜਿਹੀਆਂ ਐਬਿਲਿਟੀਜ਼ ਹੁੰਦੀਆਂ ਨੇ ਜਿਹੜੀਆਂ ਕਿ ਸਾਰਿਆਂ 'ਚ ਹੁੰਦੀਆਂ ਨੇ। ਇਹਦੇ ਵਿੱਚ ਉਹਨਾਂ ਨੇ ਆਲ ਮੈਂਟਲ ਐਬਿਲਿਟੀਜ਼ ਦੀ ਗੱਲ ਕੀਤੀ ਹੈ। ਬਟ ਸਪੈਸੀਫਿਕ ਫੈਕਟਰ ਦੇ ਵਿੱਚ ਹੋ ਸਕਦਾ ਕੋਈ ਪਰਸਨ ਇਹਨਾਂ ਸਾਰੇ ਜਿਹੜੇ ਵੀ ਆਪਾਂ ਡੋਮੇਨਸ ਦੀ ਗੱਲ ਕਰ ਰਹੇ ਹਾਂ, ਫੈਕਟਰਸ ਦੀ ਗੱਲ ਕਰ ਰਹੇ ਹਾਂ, ਐਬਿਲਿਟੀਜ਼ ਦੀ ਗੱਲ ਕਰ ਰਹੇ ਹਾਂ, ਕਿਸੇ ਇੱਕ ਐਬਿਲਿਟੀਜ਼ ਦੇ ਵਿੱਚ ਬਹੁਤ ਵਧੀਆ ਹੋਵੇ
ਜੇਕਰ ਕੋਈ ਪਰਸਨ ਕੈਲਕੂਲੇਸ਼ਨਾਂ ਕਰ ਪਾ ਰਿਹਾ, ਡਰਾਇੰਗ ਕਰ ਪਾ ਰਿਹਾ, ਗਾਣਾ ਗਾ ਰਿਹਾ, ਤੇ ਇਹਨਾਂ 'ਚ ਹੋ ਸਕਦਾ ਕਿਸੇ ਇੱਕ ਫੀਲਡ ਦੇ ਵਿੱਚ ਬੰਦਾ ਬਹੁਤ ਜ਼ਿਆਦਾ ਵਧੀਆ ਹੋਵੇ, ਸੋ ਉਹਨੂੰ ਤੁਸੀਂ ਸਪੈਸੀਫਿਕ ਫੈਕਟਰ ਦਾ ਨਾਮ ਦੇ ਸਕਦੇ ਹੋ ਜੀ। ਸੋ ਇਹ ਗੱਲ ਸੀਗੀ ਸਪੀਅਰਮੈਨ ਦੀ। 2 ਫੈਕਟਰ ਦੀ ਇਹਨਾਂ ਨੇ ਗੱਲ ਕੀਤੀ ਹੈ ਵੀ ਜਨਰਲ ਫੈਕਟਰ ਤੇ ਸਪੈਸੀਫਿਕ ਫੈਕਟਰ। ਅੱਗੇ ਵੇਖੋ ਪ੍ਰਸ਼ਨ ਨੂੰ। ਕਨਸੈਪਟ ਜਿਹੜਾ ਹੈਗਾ ਆ ਜੀ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਦਾ, ਇਹ ਦਿੱਤਾ ਕਿਹਦੇ ਦੁਆਰਾ ਗਿਆ ਆ? ਨੇੜਲੇ ਵਿਕਾਸ ਦੇ ਜ਼ੋਨ ਦੀ ਧਾਰਨਾ ਕਿਸ ਦੁਆਰਾ ਪ੍ਰਸਤਾਵਿਤ ਕੀਤੀ ਗਈ ਹੈ? ਵੇਖੋ ਜਿਓਰਮ ਬਰੂਨਰ, ਡੇਵਿਡ ਔਸਬੈਲ, ਰੋਬਰਟ ਐਮ ਗੈਗਨੇ ਤੇ ਲੈਵ ਵਾਈਗੋਟਸਕੀ। ਸੋ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਦੀ ਜਿਹੜੀ ਗੱਲ ਹੈਗੀ ਆ ਜੀ ਉਹ ਕੀਤੀ ਗਈ ਹੈ ਲੈਵ ਵਾਈਗੋਟਸਕੀ ਦੀ ਦੁਆਰਾ। ਐਂਡ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਹੁੰਦਾ ਕੀ ਹੈ, ਹੁਣ ਮੈਂ ਰਿਪੀਟ ਨਹੀਂ ਕਰੂੰਗਾ, ਪਹਿਲਾਂ ਵਾਲੀਆਂ ਵੀਡੀਓਜ਼ ਦੇ ਵਿੱਚ ਮੈਂ ਤੁਹਾਨੂੰ ਸਮਝਾਇਆ ਵੀ ਹੋਇਆ, ਥਿਊਰੀ ਵਾਲੀ ਵੀਡੀਓਜ਼ ਦੇ ਵਿੱਚ ਵੀ ਸਮਝਾਇਆ ਹੋਇਆ। ਤੁਸੀਂ ਦੱਸ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਤੁਹਾਡੇ ਲਈ ਹੋਮਵਰਕ ਕਿ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਹੁੰਦਾ ਕੀ ਹੈ। ਵੇਖਦੇ ਹਾਂ ਤੁਸੀਂ ਸ਼ਬਦਾਂ ਵਿੱਚ ਇਸ ਕਨਸੈਪਟ ਨੂੰ ਸਮਝਾ ਪਾਉਂਦੇ ਹੋ ਕਿ ਨਹੀਂ। ਆਪ ਹੀ ਲਿਖਣਾ ਆ ਆਪਦੀ ਵਰਡਿੰਗ ਦੇ ਵਿੱਚ, ਸੋ ਇਹ ਕੰਮ ਜ਼ਰੂਰ ਕਰਿਓ। ਸਹੀ ਜਵਾਬ ਵੇਖ ਲਓ, ਲੈਵ ਵਾਈਗੋਟਸਕੀ ਇਹਦਾ ਸਹੀ ਜਵਾਬ ਹੈ ਜੀ। ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਇਹਨਾਂ ਦੁਆਰਾ ਹੀ ਦਿੱਤਾ ਗਿਆ ਸੀਗਾ। ਅੱਗੇ ਪ੍ਰਸ਼ਨ ਦੇਖ ਲਓ ਕੀ ਪੁੱਛਿਆ ਜਾ ਰਿਹਾ ਕਿ which out of the following theories views that behavior could be shaped through successive approximation and reinforcement of responses is more nearly approaching toward desired behavior। ਹੇਠ ਦਿੱਤਿਆਂ ਵਿੱਚੋਂ ਕਿਹੜਾ ਸਿਧਾਂਤ ਦਾ ਵਿਚਾਰ ਹੈ ਕਿ ਵਿਵਹਾਰ ਨੂੰ ਜਵਾਬਾਂ ਦੇ ਪੁਸ਼ਟੀਕਰਨ ਅਤੇ ਨਿਰੰਤਰ ਅਨੁਮਾਨਾਂ ਨਾਲ ਆਕਾਰ ਦਿੱਤਾ ਜਾ ਸਕਣਾ ਇਸ਼ਤ ਵਿਵਹਾਰ ਤੇ ਜ਼ਿਆਦਾ ਨਜ਼ਦੀਕ ਪਹੁੰਚਣ ਵਾਲਾ ਹੈ? ਕੀ ਇਹਦਾ ਜਵਾਬ ਸੋਸ਼ਲ ਲਰਨਿੰਗ ਹੈ, ਸਮਾਜਿਕ ਸਿਖਲਾਈ, ਇੰਸਟਰੂਮੈਂਟਲ ਕੰਡੀਸ਼ਨਿੰਗ, ਯੰਤਰਿਕ ਅਨੁਕੂਲਨ, ਕਲਾਸੀਕਲ ਕੰਡੀਸ਼ਨਿੰਗ, ਪਰੰਪਰਾਵਾਦੀ ਅਨੁਕੂਲਨ, ਓਪਰੈਂਟ ਕੰਡੀਸ਼ਨਿੰਗ? ਕੁਐਸਚਨ ਵਿੱਚ ਤਾਂ ਤੁਹਾਡੇ ਤੋਂ ਇਹ ਪੁੱਛਿਆ ਜਾ ਰਿਹਾ ਕਿ ਤੁਹਾਡਾ ਜਿਹੜਾ ਬਿਹੇਵੀਅਰ ਹੈਗਾ ਆ ਇਹਨੂੰ ਸ਼ੇਪ ਕੀਤਾ ਜਾ ਸਕਦਾ ਆ, ਕਿਵੇਂ ਕੀਤਾ ਜਾ ਸਕਦਾ ਆ? ਸਕਸੈਸਿਵ ਐਪਰੋਕਸੀਮੇਸ਼ਨ ਤੇ ਰਿਨਫੋਰਸਮੈਂਟ ਦੇ ਦੁਆਰਾ, ਜਿਹਦੇ ਨਾਲ ਆਪਾਂ ਡਿਜ਼ਾਇਰਡ ਬਿਹੇਵੀਅਰ, ਮਤਲਬ ਕਿ ਆਪਾਂ ਬੱਚੇ ਦੇ ਜਿਹੜੇ ਵੀ ਬਿਹੇਵੀਅਰ ਨੂੰ ਆਪਾਂ ਸ਼ੇਪ ਕਰ ਸਕਦੇ ਹਾਂ। ਸੋ ਇਹ ਕਿਹੜੀ ਕੰਡੀਸ਼ਨਿੰਗ ਦੇ ਵਿੱਚ ਇਹਦੀ ਗੱਲ ਕੀਤੀ ਜਾ ਰਹੀ ਹੈ? ਐਂਡ ਇਹਦਾ ਸਹੀ ਜਵਾਬ ਜਿਹੜਾ ਹੋਊਗਾ ਜੀ ਉਹ ਹੈਗਾ ਆ ਜੀ ਓਪਰੈਂਟ ਕੰਡੀਸ਼ਨਿੰਗ। ਤੁਹਾਡਾ ਹੋਮਵਰਕ ਇਹ ਹੈ ਕਿ ਤੁਸੀਂ ਮੈਨੂੰ ਦੱਸਿਓ ਓਪਰੈਂਟ ਕੰਡੀਸ਼ਨਿੰਗ ਦੀ ਥਿਊਰੀ ਕਿਹਦੇ ਦੁਆਰਾ ਦਿੱਤੀ ਗਈ ਹੈ ਐਂਡ ਜਿਹੜਾ ਐਕਸਪੈਰੀਮੈਂਟ ਕੀਤਾ ਗਿਆ ਸੀਗਾ ਉਹ ਕਿਹੜੇ ਜਾਨਵਰ ਤੇ ਕੀਤਾ ਗਿਆ ਸੀਗਾ। ਵੈਸੇ ਜਦੋਂ ਤੁਸੀਂ ਸਰਚ ਕਰੋਗੇ ਨਾ ਓਪਰੈਂਟ ਕੰਡੀਸ਼ਨਿੰਗ ਬਾਈ ਡੋਰਸਟੈਪ ਐਜੂਕੇਸ਼ਨ ਪੁਆਇੰਟ, ਤੇ ਮੈਨੂੰ ਲੱਗਦਾ ਉਹ ਥਿਊਰੀ ਵੀ ਤੁਹਾਨੂੰ ਮਿਲ ਜਾਣੀ ਆ ਆਪਣੇ ਇਸ ਚੈਨਲ ਤੇ। 5-6 ਮਿੰਟਾਂ ਦੀ ਥਿਊਰੀ ਹੋਣੀ ਆ, ਕੰਪਲੀਟ ਜਾਣਕਾਰੀ ਦਿੱਤੀ ਹੋਈ ਹੈ। ਸੋ ਆਪਸ਼ਨ ਨੰਬਰ ਡੀ ਜਵਾਬ ਤੇ ਤੁਸੀਂ ਕਰ ਲਿਓ ਟਿਕ। ਅੱਗੇ ਜਿਹੜਾ ਪ੍ਰਸ਼ਨ ਹੈਗਾ ਆ ਟ੍ਰੇਡ ਥਿਊਰੀ ਦੀ ਗੱਲ ਕੀਤੀ ਜਾ ਰਹੀ ਹੈ ਕਿ ਟ੍ਰੇਡ ਜਿਹੜੀ ਥਿਊਰੀਜ਼ ਹੁੰਦੀਆਂ ਨੇ ਉਹ ਕਾਹਦੇ ਨਾਲ ਰਿਲੇਟਡ ਹੁੰਦੀਆਂ ਨੇ, ਕਿਹੜੇ ਐਸਪੈਕਟ ਨਾਲ ਰਿਲੇਟਡ ਹੁੰਦੀਆਂ ਨੇ? ਟ੍ਰੇਡ ਸਿਧਾਂਤ ਹੇਠਾਂ ਦਿੱਤਿਆਂ ਵਿੱਚੋਂ ਕਿਹੜੇ ਪੱਖ ਨਾਲ ਸੰਬੰਧਿਤ ਹੈ? ਇੰਟੈਲੀਜੈਂਸ ਬੁੱਧੀ, ਗਰੋਥ ਐਂਡ ਡਿਵੈਲਪਮੈਂਟ ਤਰੱਕੀ ਅਤੇ ਵਿਕਾਸ, ਪਰਸਨੈਲਿਟੀ ਸ਼ਖਸੀਅਤ, ਜਾਂ ਫਿਰ ਕ੍ਰੀਏਟਿਵਿਟੀ ਰਚਨਾਤਮਕਤਾ? ਸਹੀ ਜਵਾਬ ਦੀ ਗੱਲ ਕਰਦੇ ਹਾਂ ਪਰਸਨੈਲਿਟੀ ਨਾਲ ਰਿਲੇਟਡ ਹੈਗੀ ਆ ਜੀ ਟ੍ਰੇਡ ਥਿਊਰੀ। ਸੋ ਆਪਸ਼ਨ ਨੰਬਰ ਸੀ ਜਵਾਬ ਨੂੰ ਤੁਸੀਂ ਲਗਾ ਲਿਓ ਜੀ ਟਿਕ। ਅੱਗੇ ਜਿਹੜਾ ਪ੍ਰਸ਼ਨ ਹੈਗਾ ਆ ਕਿੰਡਰਗਾਰਟਨ ਦੀ ਗੱਲ ਕੀਤੀ ਜਾ ਰਹੀ ਹੈ ਕਿ ਜਿਹੜਾ ਸਿਸਟਮ ਕਿੰਡਰਗਾਰਟਨ ਜਾਂ ਫਿਰ KG ਹੈ ਆਫ ਐਜੂਕੇਸ਼ਨ ਮੀਨਸ ਗਾਰਡਨ ਆਫ ਸਮਾਲ ਕਿਡਸ, ਛੋਟੇ ਛੋਟੇ ਬੱਚਿਆਂ ਦਾ ਜਿਹੜਾ ਗਾਰਡਨ ਜਾਂ ਫਿਰ ਬਾਗ ਹੈਗਾ ਆ, ਇਹ ਜਿਹੜਾ ਕੰਸੈਪਟ ਹੈਗਾ ਆ ਹੂ ਗੇਵ ਦਾ ਕੰਸੈਪਟ ਆਊਟ ਆਫ ਦਾ ਫੋਲੋਇੰਗ ਪਰਸਨ, ਕਿ ਇਹਨਾਂ ਵਿੱਚੋਂ ਦੱਸੋ ਕਿਹੜੇ ਪਰਸਨ ਨੇ ਇਹ ਕੰਸੈਪਟ ਦਿੱਤਾ ਸੀਗਾ ਸਿੱਖਿਆ ਦੀ ਬਾਲਵਾੜੀ ਪ੍ਰਣਾਲੀ ਦਾ ਅਰਥ ਛੋਟੇ ਬੱਚਿਆਂ ਦਾ ਬਾਗ। ਇਹ ਧਾਰਨਾ ਹੇਠ ਦਿੱਤਿਆਂ ਵਿੱਚੋਂ ਕਿਸਨੇ ਦਿੱਤੀ ਸੀ? ਜੌਨ ਡੀਵੀ, ਫਰੈਡਰਿਕ ਫਰੋਬਲ, ਪਲੈਟੋ, ਹਰਬਰਟ ਸਪੈਂਸਰ। ਸੋ ਇਹ ਗੱਲ ਕੀਤੀ ਗਈ ਸੀਗੀ ਕਿਹਦੇ ਦੁਆਰਾ? ਸਹੀ ਜਵਾਬ ਦੀ ਗੱਲ ਕਰਾਂ ਤਾਂ ਫਰੈਡਰਿਕ ਫਰੋਬਲ ਉਹਨਾਂ ਦਾ ਨਾਮ ਸੀਗਾ। ਆਪਸ਼ਨ ਨੰਬਰ ਬੀ ਜਵਾਬ ਤੁਹਾਡਾ ਬਿਲਕੁਲ ਸਹੀ ਹੈ ਜੀ। ਤੇ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਅਗਲੇ ਪ੍ਰਸ਼ਨ ਦੇ ਵਿੱਚ ਪੁੱਛਿਆ ਜਾ ਰਿਹਾ ਦ ਸਟੇਜ ਆਫ ਪ੍ਰੀ ਆਪਰੇਸ਼ਨਲ ਇਨ ਪਿਆਜੇ ਥਿਊਰੀ ਇਜ਼ ਕਾਲਡ ਪ੍ਰੀ ਆਪਰੇਸ਼ਨਲ ਬਿਕੋਜ਼। ਪ੍ਰੀ ਆਪਰੇਸ਼ਨਲ ਸਟੇਜ ਹੈਗੀ ਆ, 4 ਸਟੇਜਸ ਤੁਹਾਨੂੰ ਵੇਖਣ ਨੂੰ ਮਿਲਦੀਆਂ ਨੇ। ਐਂਡ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਕਾਫੀ ਸਾਰੇ ਸਾਥੀਆਂ ਨੇ ਪਿਆਜੇ ਦੀਆਂ ਸਟੇਜਸ ਨੂੰ ਲਿਖਿਆ ਸੀਗਾ, ਵੈਰੀ ਗੁੱਡ। ਐਂਡ ਇਸ ਪ੍ਰਸ਼ਨ ਦੇ ਵਿੱਚ ਤੁਹਾਨੂੰ ਇਹੀ ਪੁੱਛਿਆ ਜਾ ਰਿਹਾ ਕਿ ਪ੍ਰੀ ਆਪਰੇਸ਼ਨਲ ਨਾਮ ਹੀ ਕਿਉਂ ਹੈਗਾ ਆ, ਕਿ ਪਿਆਜੇ ਦੇ ਸਿਧਾਂਤ ਵਿੱਚ ਪ੍ਰੀ ਆਪਰੇਸ਼ਨਲ ਪੱਧਰ ਪ੍ਰੀ ਆਪਰੇਸ਼ਨਲ ਕਹਾਉਂਦਾ ਹੈ ਕਿਉਂਕਿ ਦ ਚਿਲਡਰਨ ਆਰ ਪ੍ਰੀ ਡਿਟਰਮਾਈਂਡ, ਕਿ ਬੱਚੇ ਪੂਰਵ ਦ੍ਰਿੜ ਹਨ। ਦ ਚਿਲਡਰਨ ਹੈਵ ਨਾਟ ਯੈਟ ਮਾਸਟਰਡ ਦ ਐਬਿਲਿਟੀ ਟੂ ਪਰਫਾਰਮ ਮੈਂਟਲ ਆਪਰੇਸ਼ਨ, ਕਿ ਬੱਚਿਆਂ ਨੇ ਹਾਲੇ ਤੱਕ ਮਾਨਸਿਕ ਕਿਰਿਆਵਾਂ ਕਰਨ ਦੀ ਸਮਰੱਥਾ ਵਿੱਚ ਮਹਾਰਤ ਹਾਸਲ ਨਹੀਂ ਕੀਤੀ ਹੈ। ਤੇ ਆਪਸ਼ਨ ਨੰਬਰ ਸੀ ਦ ਚਿਲਡਰਨ ਆਰ ਪ੍ਰੀ ਪਲੈਨਿੰਗ, ਬੱਚੇ ਪੂਰਵ ਨਿਯੋਜਿਤ ਹਨ, ਜਾਂ ਫਿਰ ਆਲ ਆਫ ਦ ਅਬਵ। ਪ੍ਰੀ ਆਪਰੇਸ਼ਨਲ ਆਪਾਂ ਇਸ ਕਰਕੇ ਕਹਿੰਦੇ ਹਾਂ, ਮੈਂ ਸਹੀ ਜਵਾਬ ਦੱਸਣ ਜਾ ਰਿਹਾ
कि ਜਿਹੜੇ ਬੱਚੇ ਨੇ ਚਿਲਡਰਨ ਹੈਵ ਨਾਟ ਮਾਸਟਰਡ ਦਾ ਐਬਿਲਿਟੀ ਟੂ ਪਰਫਾਰਮ ਮੈਂਟਲ ਆਪਰੇਸ਼ਨ ਕਰਨ ਦੇ ਵਿੱਚ ਉਹਨਾਂ ਨੇ ਮਾਸਟਰੀ ਹਜੇ ਹਾਸਲ ਕੀਤੀ ਨਹੀਂ ਹੈ ਕਿ ਬੱਚਿਆਂ ਨੇ ਹਾਲੇ ਤੱਕ ਮਾਨਸਿਕ ਕਿਰਿਆਵਾਂ ਕਰਨ ਵਿੱਚ ਸਮਰੱਥਾ ਜਿਹੜੀ ਹੈਗੀ ਹੈ ਵਿੱਚ ਮਹਾਨਤਾ ਹਾਸਿਲ ਨਹੀਂ ਕੀਤੀ, ਇਸ ਕਰਕੇ ਹੀ ਉਹਨੂੰ ਪ੍ਰੀ ਆਪਰੇਸ਼ਨਲ ਕਿਹਾ ਜਾਂਦਾ ਆ। ਸੋ ਆਪਸ਼ਨ ਨੰਬਰ ਬੀ ਜਵਾਬ ਤੇ ਤੁਸੀਂ ਲਗਾ ਸਕਦੇ ਹੋ ਟਿਕ। ਅੱਗੇ ਪ੍ਰਸ਼ਨ ਦੇਖੋ, who has described human behavior and development as a process of responding to reward and punishment in the environment? ਕਿਸ ਨੇ ਮਨੁੱਖੀ ਵਿਵਹਾਰ ਅਤੇ ਵਿਕਾਸ ਦੇ ਵਾਤਾਵਰਣ ਵਿੱਚ ਇਨਾਮ ਅਤੇ ਦੰਡ ਦੀ ਪ੍ਰਕਿਰਿਆ ਦੇ ਤੌਰ ਤੇ ਵਿਆਖਿਆ ਕੀਤੀ ਹੈਗੀ ਆ? ਕੀ ਇਹਨਾਂ ਦਾ ਨਾਮ ਜੀਨ ਪਿਆਜੇ ਹੈ, ਜੌਨ ਵਾਟਸਨ ਹੈ, BF ਸਕਿਨਰ ਹੈ ਜਾਂ ਫਿਰ ਕੋਈ ਵੀ ਨਹੀਂ। ਬਿਹੇਵੀਅਰ ਆਫ ਡਿਵੈਲਪਮੈਂਟ ਮਤਲਬ ਇਹ ਕਿ ਜੇਕਰ ਬੱਚੇ ਨੇ ਚੰਗਾ ਕੰਮ ਕੀਤਾ ਤੇ ਮੈਂ ਤਾਂ ਉਹਨੂੰ ਦਿੱਤੀ ਸ਼ਾਬਾਸ਼ੀ, ਮੈਂ ਕਿਹਾ ਵੀ ਵੈਲ ਡਨ ਬੇਟਾ, ਬਹੁਤ ਵਧੀਆ ਕੰਮ ਕੀਤਾ। ਜੇਕਰ ਉਹਨੇ ਕੋਈ ਗਲਤੀ ਕੀਤੀ ਤੇ ਮੈਂ ਉਹਦੇ ਛੰਡੀਆਂ ਦੋ ਚਪੇੜਾਂ। ਸੋ ਇਹਦਾ ਮਤਲਬ ਕੀ ਹੋ ਗਿਆ ਕਿ ਮਤਲਬ ਜਦੋਂ ਦਾ ਬੱਚਾ ਕੋਈ ਵਧੀਆ ਕੰਮ ਕਰਦਾ ਆ ਫਿਰ ਤਾਂ ਉਹਨੂੰ ਮਿਲਦਾ ਹੈ ਰਿਵਾਰਡ, ਜੇਕਰ ਉਹ ਕੋਈ ਗਲਤੀ ਕਰਦਾ ਆ, ਸਾਰਾ ਦਿਨ ਫੋਨ ਚਲਾਉਂਦਾ ਆ, ਤੇ ਉਹਨੂੰ ਮਿਲਦੀ ਹੈ ਪਨਿਸ਼ਮੈਂਟ। ਸੋ ਇਹਦੇ ਨਾਲ ਕੀ ਹੋਊਗਾ, ਬੱਚਾ ਜਿੱਥੇ ਰਿਵਾਰਡ ਮਿਲ ਰਿਹਾ ਉਸ ਬਿਹੇਵੀਅਰ ਨੂੰ ਆਪਾਂ ਮੋਟੀਵੇਟ ਕਰ ਰਹੇ ਹਾਂ, ਪ੍ਰਮੋਟ ਕਰ ਰਹੇ ਹਾਂ ਕੋਈ ਚੀਜ਼ ਦੇ ਕੇ। ਸੋ ਜਿਹੜਾ ਬਿਹੇਵੀਅਰ ਹੈਗਾ ਆ ਇਨਵਾਇਰਮੈਂਟ ਦੇ ਵਿੱਚ, ਸੋ ਉਹ ਬੱਚੇ ਦਾ ਜਿਹੜਾ ਕੰਮ ਹੈਗਾ ਆ ਉਹ ਵਧੂਗਾ, ਚੰਗੇ ਕੰਮ ਵਧਣਗੇ, ਮਾੜੇ ਕੰਮ ਘਟਣਗੇ, ਕਿਉਂਕਿ ਮਾੜੇ ਕੰਮ ਕਰਨ 'ਤੇ ਉਹਨੂੰ ਸਜ਼ਾ ਮਿਲ ਰਹੀ ਆ। ਸੋ ਇਹ ਜਿਹੜੀ ਕੰਡੀਸ਼ਨਿੰਗ ਹੈਗੀ ਆ, ਮਤਲਬ ਕਿ ਇਹ ਕਿਹਦੇ ਦੁਆਰਾ ਦਿੱਤੀ ਗਈ ਸੀਗੀ? ਇਹਦੇ ਵਿੱਚ ਆਪਾਂ BF ਸਕਿਨਰ ਦੀ ਗੱਲ ਕਰਦੇ ਹਾਂ, ਜਿਹਦੀ ਗੱਲ ਆਪਾਂ ਹੁਣੇ ਕਰਕੇ ਆਏ ਸੀ ਆਪਰੈਂਟ ਕੰਡੀਸ਼ਨਿੰਗ ਦੀ, ਜਿਹਦਾ ਮੈਂ ਤੁਹਾਨੂੰ ਹੋਮਵਰਕ ਦਿੱਤਾ ਸੀਗਾ ਕਿ ਦੱਸੋ ਆਪਰੈਂਟ ਕੰਡੀਸ਼ਨਿੰਗ ਕਿਹਦੇ ਦੁਆਰਾ ਦਿੱਤੀ ਗਈ ਸੀਗੀ। ਉਹਨਾਂ ਦਾ ਨਾਮ ਹੈਗਾ ਜੀ BF ਸਕਿਨਰ, ਤੇ BF ਸਕਿਨਰ ਨੇ ਹੀ ਇਸ ਚੀਜ਼ ਦੀ ਗੱਲ ਕੀਤੀ ਹੈ, ਰਿਵਾਰਡ ਐਂਡ ਪਨਿਸ਼ਮੈਂਟ ਦੀ। ਅੱਗੇ ਵੇਖੋ, ਅਗਲਾ ਜਿਹੜਾ ਪ੍ਰਸ਼ਨ ਹੈਗਾ ਆ, ਅੱਗੇ ਸ਼ਾਇਦ ਥੋੜੀ ਜਿਹੀ ਨੰਬਰਿੰਗ ਵਿੱਚ ਥੋੜੀ ਜਿਹੀ ਸਮੱਸਿਆ ਆਈ ਹੈ, ਬਟ ਕੋਈ ਗੱਲ ਨਹੀਂ, ਇਸ ਨੰਬਰਿੰਗ ਤੁਸੀਂ ਥੋੜਾ ਜਿਹਾ ਇਗਨੋਰ ਤਾਂ ਕਰ ਹੀ ਸਕਦੇ ਹੋ। ਹੁਣ ਦੱਸੋ ਤੁਸੀਂ, ਵਿਚ ਸਟੇਟ ਇਜ਼ ਨਾਟ ਟਰੂ ਅਬਾਊਟ ਇਨਕਲੂਜਨ? ਮਤਲਬ ਕਿ ਥੱਲੇ ਕੁਝ ਐਗਜ਼ਾਮਪਲਸ ਦਿੱਤੀਆਂ ਹੋਈਆਂ ਨੇ, ਉਦਾਹਰਨਾਂ ਦਿੱਤੀਆਂ ਨੇ, ਆਪਸ਼ਨਾਂ ਦਿੱਤੀਆਂ ਹੋਈਆਂ ਨੇ, ਜਿਹਦੇ ਵਿੱਚ ਇਹਨਾਂ ਨੇ ਗੱਲ ਕੀਤੀ ਹੈ ਕਿ ਦੱਸੋ ਇਨਕਲੂਜ਼ਨ ਤੋਂ ਕਿਹੜੀ ਜਿਹੜੀ ਚੀਜ਼ ਹੈਗੀ ਆ ਜੀ ਜਿਹੜੀ ਕਿ ਆਪਾਂ ਨੂੰ ਨਹੀਂ ਟਰੂ ਲੱਗ ਰਹੀ ਹੈਗੀ ਆ। ਮਤਲਬ ਕਿ ਤਿੰਨ ਚੀਜ਼ਾਂ ਸਹੀ ਹੋਣਗੀਆਂ ਇਨਕਲੂਜ਼ਨ ਦੇ ਮਾਮਲੇ 'ਚ, ਇੱਕ ਚੀਜ਼ ਸਹੀ ਨਹੀਂ ਹੋਣੀ। ਇਨਕਲੂਜ਼ਨ ਜਾਂ ਫਿਰ ਇਨਕਲੂਸਿਵ ਕਲਾਸਰੂਮ ਦੀ ਗੱਲ ਕਰਦੇ ਹਾਂ, ਇਨਕਲੂਸਿਵ ਐਜੂਕੇਸ਼ਨ ਦੀ ਗੱਲ ਕਰਦੇ ਹਾਂ, ਜਿਹਦੇ ਵਿੱਚ ਆਪਾਂ ਵੈਲਕਮਿੰਗ ਡਾਇਵਰਸਿਟੀ ਕਿ ਵਿਭਿੰਨਤਾ ਦਾ ਅਭਿਨੰਦਨ ਕਰਦੇ ਹੈਗੇ ਆ, ਕਿ ਸਾਰਿਆਂ ਨੂੰ ਹੀ ਆਪਾਂ ਬੁਲਾ ਲੈਂਦੇ ਕਿ ਸਾਰਿਆਂ ਦਾ ਸਵਾਗਤ ਹੈ, ਜੀ ਆਇਆਂ ਨੂੰ। ਜਾਂ ਫਿਰ ਆਪਸ਼ਨ ਨੰਬਰ ਬੀ, ਚਿਲਡਰਨ ਇਨ ਸਕੂਲ ਹੂ ਮੇ ਫੀਲ ਐਕਸਕਲੂਡਡ, ਸਕੂਲ ਵਿੱਚੋਂ ਬੱਚੇ ਜੋ ਵਾਂਝਾ ਮਹਿਸੂਸ ਕਰਦੇ ਹਨ। ਜਾਂ ਫਿਰ ਆਪਸ਼ਨ ਨੰਬਰ ਸੀ, ਬੈਨੀਫਿਟਿੰਗ ਆਲ ਲਰਨਰਸ ਨਾਟ ਓਨਲੀ ਟਾਰਗੇਟਿੰਗ ਦ ਐਕਸਕਲੂਡਡ, ਸਿਰਫ ਵਾਂਝਿਆਂ ਤੇ ਕੇਂਦਰ ਨਾ ਕਰਕੇ ਸਾਰੇ ਸਿੱਖਿਆਰਥੀਆਂ ਨੂੰ ਲਾਭ ਪਹੁੰਚਾਉਣਾ। ਜਾਂ ਫਿਰ ਆਪਸ਼ਨ ਨੰਬਰ ਡੀ, ਮੀਟਿੰਗ ਦ ਨੀਡਸ ਆਫ ਚਿਲਡਰਨ ਵਿਦ ਡਿਸੇਬਿਲਿਟੀ ਓਨਲੀ, ਕਿ ਸਿਰਫ ਅਪੰਗਤਾ ਵਾਲੇ ਬੱਚਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ। ਇਸ ਪ੍ਰਸ਼ਨ ਦੇ ਵਿੱਚ ਇਨਕਲੂਜ਼ਨ ਦੀ ਜਿਹੜੀ ਗੱਲ ਹੈਗੀ ਹੈ, ਵੈਲਕਮਿੰਗ ਡਾਇਵਰਸਿਟੀ ਨੂੰ ਤੁਸੀਂ ਇਨਕਲੂਜ਼ਨ ਵਿੱਚ ਇਨਕਲੂਡ ਕਰਦੇ ਹੋ। ਚਿਲਡਰਨ ਇਨ ਸਕੂਲ ਹੂਮ ਮੇ ਫੀਲ ਐਕਸਕਲੂਡਡ, ਕਿ ਸਕੂਲ ਵਿੱਚ ਬੱਚੇ ਜੋ ਵਾਂਝਾ ਮਹਿਸੂਸ ਕਰਦੇ ਹਨ, ਇਹਨਾਂ ਨੂੰ ਵੀ ਆਪਾਂ ਇਨਕਲੂਡ ਕਰਦੇ ਹਾਂ। ਗੱਲ ਕਰਦੇ ਹਾਂ ਆਪਸ਼ਨ ਨੰਬਰ ਡੀ ਦੀ ਜਾਂ ਫਿਰ ਆਪਸ਼ਨ ਨੰਬਰ ਸੀ ਦੀ, ਕਿ ਆਪਾਂ ਬੈਨੀਫਿਟਿੰਗ ਆਲ ਲਰਨਰਸ, ਕਿ ਆਪਾਂ ਸਾਰਿਆਂ ਲਰਨਰਸ ਦੀ ਗੱਲ ਕਰਦੇ ਹਾਂ, ਸਿਰਫ ਟਾਰਗੇਟਿੰਗ ਵਾਲਿਆਂ ਦੀ ਗੱਲ ਨਹੀਂ ਕਰਦੇ, ਕੁਝ ਬੱਚਿਆਂ ਦੀ ਗੱਲ ਨਹੀਂ ਕਰਦੇ, ਸਾਰਿਆਂ ਦੀ ਗੱਲ ਕਰਦੇ ਹਾਂ। ਸੋ ਪਹਿਲੀਆਂ ਤਿੰਨ ਆਪਸ਼ਨਾਂ ਤਾਂ ਹੋ ਨਹੀਂ ਸਕਦੀਆਂ। ਆਪਸ਼ਨ ਨੰਬਰ ਡੀ ਜਵਾਬ ਸਹੀ ਹੈ, ਕਿਉਂਕਿ ਸਿਰਫ ਇੱਥੇ ਡਿਸੇਬਿਲਿਟੀ ਵਾਲੇ ਬੱਚਿਆਂ ਦੀ ਗੱਲ ਕੀਤੀ ਜਾ ਰਹੀ ਹੈ। ਡਿਸੇਬਿਲਿਟੀ ਵਾਲੇ ਬੱਚਿਆਂ ਦੀ ਗੱਲ ਆਪਾਂ ਨਹੀਂ ਕਰਦੇ, ਆਪਾਂ ਇਨਕਲੂਜ਼ਨ ਦੇ ਵਿੱਚ ਸਾਰੇ ਬੱਚਿਆਂ ਦੀ ਗੱਲ ਕਰਦੇ ਹਾਂ। ਸੋ ਇਸ ਕਰਕੇ ਆਪਸ਼ਨ ਡੀ ਜਵਾਬ ਨੂੰ ਤੁਸੀਂ ਟਿਕ ਲਗਾ ਲਿਓ। ਅਗਲਾ ਪ੍ਰਸ਼ਨ ਦੇਖੋ, ਕਿਹੜੇ ਏਜ ਗਰੁੱਪ ਦੇ ਜਿਹੜੇ ਬੱਚੇ ਨੇ ਉਹ ਪ੍ਰੋਨਾਊਂਸ ਕਰ ਪਾਉਂਦੇ ਹੈਗੇ ਆ ਲੈਟਰ ਕੀ WBTFGN ਪਰਫੈਕਟਲੀ ਗਰੋਸ, ਕਿ ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਉਮਰ ਸਮੂਹ ਵਿੱਚ ਬੱਚਿਆਂ ਦੀ ਵਰਣ WBTLGN ਬੋਲਣ ਦੀ ਸਮਰੱਥਾ ਪੂਰਨ ਵਿਕਸਿਤ ਹੁੰਦੀ ਹੈਗੀ ਹੈ, ਵੀ ਕੰਪਲੀਟਲੀ ਬੋਲ ਪਾਉਂਦੇ ਆ? ਕਿ ਆਪਸ਼ਨ ਨੰਬਰ ABCD, ਕਿ 12 ਤੋਂ 18 ਮਹੀਨਿਆਂ ਦੇ ਬੱਚੇ, 24 ਤੋਂ 36 ਮਹੀਨਿਆਂ ਦੇ ਬੱਚੇ, 18 ਤੋਂ 24 ਮਹੀਨਿਆਂ ਦੇ ਬੱਚੇ, ਜਾਂ ਫਿਰ ਆਪਸ਼ਨ ਨੰਬਰ ਡੀ 3 ਤੋਂ 5 ਸਾਲਾਂ ਦੇ ਬੱਚੇ। ਸੋ ਬਿਲਕੁਲ ਪ੍ਰੋਨਾਊਂਸ ਜਿਹੜੇ ਲੈਟਰ ਹੈਗੇ ਆ ਪਰਫੈਕਟਲੀ ਗਰੋਜ਼ ਹੋਣਾ ਸਟਾਰਟ ਹੋ ਜਾਂਦਾ ਆ, ਜਾਂ ਫਿਰ ਇਸ ਏਜ ਦੇ ਵਿੱਚ ਤੁਹਾਨੂੰ ਇਹ ਬੱਚੇ ਵੇਖਣ ਨੂੰ ਮਿਲਦੇ ਆ 3 ਤੋਂ ਲੈ ਕੇ 5 ਸਾਲ ਦੇ ਬੱਚਿਆਂ ਦੇ ਵਿੱਚ। ਸੋ ਆਪਸ਼ਨ ਨੰਬਰ ਡੀ ਜਵਾਬ ਤੁਹਾਡਾ ਸਹੀ ਹੋਊਗਾ। ਇਸ ਜਵਾਬ ਨੂੰ ਤੁਸੀਂ ਟਿਕ ਲਗਾ ਲੈਣਾ ਹੈ। ਤੇ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਇਹਨਾਂ ਨੇ ਇੱਕ ਸਾਈਕੋਲੋਜਿਸਟ ਦੀ ਗੱਲ ਕੀਤੀ ਹੈ, ਗੇਟਸ ਜਿਨ੍ਹਾਂ ਦਾ ਨਾਮ ਹੈਗਾ ਆ, ਕਿ ਦੱਸੋ ਸਭ ਤੋਂ ਵਧੀਆ ਜਿਹੜੀ ਐਗਜ਼ਾਮਪਲ ਜਾਂ ਫਿਰ ਜਿਹੜੀਆਂ ਇੱਥੇ ਆਪਸ਼ਨਾਂ ਦਿੱਤੀਆਂ ਹੋਈਆਂ ਨੇ ਕਿ ਲਰਨਿੰਗ ਦਾ ਮੀਨਿੰਗ ਕੀ ਹੈ। ਗੇਟਸ ਦੇ ਅਕੋਰਡਿੰਗ ਲਰਨਿੰਗ ਦਾ ਕੀ ਮੀਨਿੰਗ ਹੈ ਜੀ? ਗੇਟਸ ਦੇ ਅਨੁਸਾਰ ਅਧਿਐਨ ਦਾ ਸਭ ਤੋਂ ਢੁਕਵਾਂ ਅਰਥ ਕਿਹੜਾ ਹੈ ਜੀ? ਇਨਕਲੇਸ਼ਨ ਆਫ ਨੌਲੇਜ, ਸਿੱਖਿਆ ਦਾ ਗ੍ਰਹਿਣ, ਇਨਕਲਕੇਸ਼ਨ ਆਫ ਨੌਲੇਜ ਮੋਡੀਫਿਕੇਸ਼ਨ ਆਫ ਬਿਹੇਵੀਅਰ ਬਾਏ ਐਕਸਪੀਰੀਅੰਸ ਐਂਡ ਟ੍ਰੇਨਿੰਗ, ਅਨੁਭਵ ਅਤੇ ਸਿਖਲਾਈ ਦੁਆਰਾ ਵਿਵਹਾਰ ਦਾ ਸੁਧਾਰ। ਆਪਸ਼ਨ ਨੰਬਰ ਸੀ
पर्सनल एडजस्टमेंट व्यक्तिगत व्यवस्था, या फिर ऑप्शन नंबर डी एक्वाजेशन ऑफ स्किल निपुणता की प्राप्ति। सो गेट्स के अकॉर्डिंग ऑप्शन नंबर जिहड़ा सही होगा जी ऑप्शन नंबर बी मॉडिफिकेशन ऑफ बिहेवियर बाय एक्सपीरियंस एंड ट्रेनिंग, अनुभव और सिखलाई द्वारा व्यवहार का सुधार। सो ऑप्शन नंबर बी जवाब में तुसीं लगा सकते हो टिक, तो यही अपना सही जवाब है जी। सो चलते हैं अगले प्रश्न के उत्ते। अगला जिहड़ा प्रश्न हैगा आ जिहदे विच तुहाडे तो पूछा जा रहा कि एक बच्चा आ उन्होंने सिक्ख्या दी जा रही है, द चाइल्ड रिसीव इन फैमिली इज़, कि सिक्ख्या जिहड़ी बच्चा परिवार विच प्राप्त करता आ वो किहड़ी सिक्ख्या आ, फॉर्मल रस्मी, नॉन फॉर्मल गैर रस्मी, या फिर इनफॉर्मल बेरस्मी, या फिर सैमी फॉर्मल अर्ध रस्मी। स्कूलों में जिहड़ी सिक्ख्या सानूं मिलदी आ उहनूं तुसीं फॉर्मल कहने हो, फॉर्मल जवाब तो है नहीं गा क्योंकि इत्थे फैमिली की गल की जा रही है। सो जिहड़ी नॉलेज या फिर कोई भी जानकारी आपां नूं एजुकेशन रिसीव हुंदी आ घरे कि वड्डियां दा आदर सत्कार करना आ, खास करके मुंडियां नूं, जेकर तुहाडा कोई बजुर्ग हैगा आ वड्डा हैगा आ उहदे पैरी हत्थ लगाने आ। सो इहो जिहियां जिहड़ियां गल्लां हुंदियां ने वो इनफॉर्मल हुंदियां ने। सो ऑप्शन नंबर बी जवाब तुहाडा सही होऊगा। नॉन फॉर्मल की हुंदा आ जी, जिहड़ी सिੱਖਿਆ ਤੁਸੀਂ ना तो स्कूल तो प्राप्त करते हो ना घरों प्राप्त करते हो, एक तो बाहरों जिमें तुसी किते होर कोई चीज़ सीखण जा रहे हो, जिमें स्विमिंग हो गई, बॉक्सिंग हो गई, तो उत्थे कुछ कम्यूनिटी ग्रुप्स भी तुहाडे नाल जुड़ जाते हैगे आ, भी उन्हां तो जिहड़ियां चीज़ां तुसी सिੱਖਦੇ हो उन्हां नूं नॉन फॉर्मल कहा जाता है। ਇੱਥੇ सही जवाब तुहाडा हैगा जी इनफॉर्मल। इनफॉर्मल नूं तुसी टिक लगा सकते हो। चलते हैं अगले प्रश्न के उत्ते। ਇੱਥੇ ਪੁੱਛਿਆ जा रहा IQ का क्वेश्चन हैगा आ कि ਇੱਥੇ 20 साल का मुंडा आ जिहदी मैंटल एज हैगी है 15 साल। सो तुसी ये दसना आ कि ਇਹਦਾ IQ की होऊगा। पिछलियां क्लासिस दे विच मैं तुहानूं पिछली क्लास दे विच ही मैं IQ का फॉर्मूला दस्सिया सीगा। IQ का जिहड़ा फॉर्मूला हैगा आ वो की है तुहानूं याद आ? मैं तुहानूं MA ते CA बारे दस्सिया सीगा कि इहनूं तुसी इस तरह कढ सकदे हो। MA तो बन गया जी मैंटल एज, CA तो बन गया जी क्रॉनिकल एज। सो इत्थे जिहड़ी एज हैगी आ ਇੱਥੇ ਮੈਂਟਲ ਏਜ ਤਾਂ ਦਿੱਤੀ ਹੋਈ ਹੈ, ਕ੍ਰੋਨਿਕਲ ਏਜ ਬਾਰੇ ਆਪਾਂ ਨੂੰ ਪਤਾ ਨਹੀਂ ਹੈ, ਬਟ 20 ਸਾਲ ਕੀ ਹੈ ਫਿਰ, ਕਿਉਂਕਿ ਜੇਕਰ ਮੈਂਟਲ ਏਜ ਦਿੱਤੀ ਹੈ ਤੇ ਓਬਵੀਅਸ ਜੀ ਗੱਲ ਹੈ ਕਿ ਇਹਨਾਂ ਨੇ IQ ਪੁੱਛਿਆ ਆ ਤੇ ਆਪਣੇ ਕੋਲ ਕ੍ਰੋਨਿਕਲ ਏਜ ਵੀ ਹੈ। ਸੋ MA ਕਿੰਨੀ ਆ ਮੈਨੂੰ ਦੱਸੋ। ਵੇਖੋ ਮੈਂਟਲ ਏਜ ਹੈਗੀ ਇੱਥੇ 15 ਸਾਲ ਤੇ ਤੁਸੀਂ ਪਤਾ ਲਗਾਉਣਾ ਹੈ ਵੀ IQ ਕਿੰਨਾ ਹੈ ਇਸ ਬੱਚੇ ਦਾ। 15 ਸਾਲ ਆਪਾਂ IQ ਦਾ ਪਤਾ ਲਗਾ ਰਹੇ ਹਾਂ। IQ ਦਾ ਪਤਾ ਲਗਾਉਣ ਦੇ ਲਈ ਆਪਣੇ ਕੋਲ MA ਜਿਹੜੀ ਦਿੱਤੀ ਹੋਈ ਆ ਉਹ ਕਿੰਨੀ ਆ ਜੀ, ਉਹ ਹੈਗੀ ਆ 15 ਸਾਲ। ਕ੍ਰੋਨਿਕਲ ਏਜ ਦਿੱਤੀ ਹੋਈ ਆ ਜੀ ਜਿਹੜੀ ਹੈਗੀ ਆ ਉਹ 20 ਸਾਲ ਦਿੱਤੀ ਹੋਈ ਹੈ ਤੇ ਇਹਨੂੰ ਆਪਾਂ ਮਲਟੀਪਲਾਈ ਕਰਾਂਗੇ 100 ਦੇ ਨਾਲ। ਆਹ 0 ਨਾਲ 0 ਕੱਟ ਦਿਓ, 2 ਨਾਲ ਆਪਾਂ ਕੱਟਤਾ 10 ਨੂੰ ਤੇ ਇਹ ਬਣ ਗਿਆ 5। ਤੇ ਜਦੋਂ ਤੁਸੀਂ 15 ਨੂੰ ਗੁਣਾ ਕਰੋਗੇ 5 ਦੇ ਨਾਲ ਕਿੰਨਾ ਬਣ ਗਿਆ ਜੀ, ਇਹਦਾ ਤੁਸੀਂ ਟੇਬਲ ਯਾਦ ਤੁਹਾਨੂੰ ਹੋਣਾ ਹੀ ਆ, ਇਹ ਬਣ ਗਏ ਜੀ ਲਗਭਗ 75। ਤੇ 75 ਵੇਖ ਲਓ ਆਪਸ਼ਨ ਵਿੱਚ ਹੈ ਕਿ ਨਹੀਂ ਆ। ਸੋ ਆਪਸ਼ਨ ਨੰਬਰ B ਜਵਾਬ ਤੁਹਾਡਾ ਬਿਲਕੁਲ ਸਹੀ ਹੋ ਗਿਆ। ਕੱਲਾ ਫਾਰਮੂਲਾ ਯਾਦ ਕਰਨਾ ਆ, MA ਇਹਨੂੰ ਤੁਸੀਂ ਡਿਵਾਈਡ ਕਰ ਦਿਓ CA ਦੇ ਨਾਲ ਤੇ ਮਲਟੀਪਲਾਈ ਕਰ ਦਿਓ 100 ਦੇ ਨਾਲ, ਇਹ ਬਣ ਗਿਆ ਜੀ ਤੁਹਾਡਾ IQ ਦਾ ਫਾਰਮੂਲਾ। ਇੰਨੀ ਗੱਲ ਸੀਗੀ ਤੇ ਦੇਖ ਲਓ 75 ਤੁਹਾਡਾ ਆਨਸਰ ਆ ਗਿਆ ਆ। ਤੇ ਉਸ ਤੋਂ ਬਾਅਦ ਵੇਖੋ ਇੱਕ ਪ੍ਰਸ਼ਨ ਆ ਗਿਆ ਸਕੈਫੋਲਡਿੰਗ ਤੋਂ ਰਿਲੇਟਡ। ਸਕੈਫੋਲਡਿੰਗ ਦੀ ਗੱਲ ਕੀਤੀ ਜਾ ਰਹੀ ਆ ਕਿ ਅਕੋਰਡਿੰਗ ਟੂ ਸੋਸ਼ਲ ਕੰਸਟਰਕਟਿਵਿਸਟ ਥਿਊਰੀ, ਮਤਲਬ ਸਕੈਫੋਲਡਿੰਗ ਦਾ ਮਤਲਬ ਕੀ ਹੈ ਜੇਕਰ ਆਪਾਂ ਸੋਸ਼ਲ ਕੰਸਟਰਕਟਿਵਿਸਟ ਥਿਊਰੀ ਦੀ ਗੱਲ ਕਰਦੇ ਹਾਂ, ਸਮਾਜਿਕ ਉਸਾਰੂ ਸਿਧਾਂਤ ਅਨੁਸਾਰ ਸਕੈਫੋਲਡਿੰਗ ਤੋਂ ਭਾਵ ਹੈਗਾ ਜੀ ਸਿਮੂਲੇਸ਼ਨ ਟੀਚਿੰਗ, ਸਿਮੂਲੇਸ਼ਨ ਅਧਿਆਪਨ, ਰੀਕੈਪਸੂਲਾਈਜੇਸ਼ਨ ਆਫ ਪ੍ਰੀਵੀਅਸ ਲਰਨਿੰਗ, ਪਹਿਲੀ ਸਿੱਖਿਆ ਦੀ ਦੁਹਰਾਈ, ਜਾਂ ਫਿਰ ਗਿਵਿੰਗ ਸਪੋਰਟ ਇਨ ਲਰਨਿੰਗ ਬਾय ਅਡਲਟਸ ਕਿ ਬਾਲਗਾਂ ਦੁਆਰਾ ਸਿਖਲਾਈ ਵਿੱਚ ਸਾਥ ਦੇਣਾ, ਜਾਂ ਫਿਰ ਆਪਸ਼ਨ ਨੰਬਰ D ਅਸਰਟੇਨਿੰਗ ਦ ਕਾਜ਼ ਆਫ ਮਿਸਟੇਕ ਡਨ ਬਾय ਦ ਸਟੂਡੈਂਟਸ ਕਿ ਵਿਦਿਆਰਥੀਆਂ ਦੁਆਰਾ ਕੀਤੀਆਂ ਗਲਤੀਆਂ ਦੇ ਕਾਰਨ ਦਾ ਪਤਾ ਲਗਾਉਣਾ। ਸੋ ਸਹੀ ਜਵਾਬ ਦੀ ਜੇਕਰ ਗੱਲ ਕਰਦੇ ਹਾਂ, ਆਪਸ਼ਨ ਨੰਬਰ ਜਿਹੜਾ C ਜਵਾਬ ਹੈਗਾ ਜੀ ਕਿ ਆਪਾਂ ਟੈਂਪਰੇਰੀ ਸਪੋਰਟ ਦਿੰਦੇ ਹਾਂ, ਗਿਵਿੰਗ ਸਪੋਰਟ ਇਨ ਲਰਨਿੰਗ ਬਾय ਅਡਲਟਸ ਬਾਲਗਾਂ ਦੁਆਰਾ ਸਿਖਲਾਈ ਵਿੱਚ ਸਾਥ ਦੇਣਾ। ਸੋ ਇਹੀ ਜਵਾਬ ਤੁਹਾਡਾ ਸਹੀ ਹੈ ਜੀ। ਆਪਸ਼ਨ ਨੰਬਰ C ਜਵਾਬ ਨੂੰ ਤੁਸੀਂ ਟਿਕ ਲਗਾ ਲਿਓ। ਆਪਸ਼ਨ ਨੰਬਰ C ਜਵਾਬ ਨੂੰ ਟਿਕ ਲਗਾਓ ਤੇ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਤੇ। ਐਂਡ ਤੁਸੀਂ ਦੇਖ ਲਓ ਇੱਥੇ ਕੀ ਲਿਖਿਆ ਹੋਇਆ, ਸਕੈਫੋਲਡਿੰਗ ਜਿਹੜੀ ਟਰਮ ਹੈਗੀ ਆ ਨਾ ਸਭ ਤੋਂ ਪਹਿਲਾਂ ਵੈਸੇ ਤਾਂ ਦਿੱਤੀ ਗਈ ਸੀਗੀ ਜਿਓਰਮ ਬਰੂਨਰ ਦੁਆਰਾ, ਸਭ ਤੋਂ ਪਹਿਲਾਂ ਇਹ ਟਰਮ ਕੋਇਨ ਕੀਤੀ ਸੀਗੀ ਇਹਨਾਂ ਦੁਆਰਾ, ਬਟ ਲੈਵ ਵਾਈਗੋਟਸਕੀ ਨੇ ਇਹਦੇ ਅੱਗੇ ਬਹੁਤ ਜ਼ਿਆਦਾ ਗੱਲ ਕੀਤੀ ਜਿਹਦੇ ਵਿੱਚ ਇਹਨਾਂ ਨੇ ਇਸ ਟਰਮ ਦੀ ਇੰਪੋਰਟੈਂਸ ਨੂੰ ਦੱਸਿਆ ਐਂਡ ਅੱਜ ਦੇ ਟਾਈਮ ਵਿੱਚ ਇਸ ਟਰਮ ਨੂੰ ਬਹੁਤ ਜ਼ਿਆਦਾ ਵਰਤੋਂ ਵਿੱਚ ਲਿਆਂਦਾ ਜਾ ਰਿਹਾ। ਦੇਖ ਲਓ ਲਾਸਟ ਪ੍ਰਸ਼ਨ ਹੈਗਾ ਜੀ ਕੀ ਪੁੱਛਿਆ ਜਾ ਰਿਹਾ ਕਿ ਦਾ ਪੀਰੀਅਡ ਆਫ ਸੈਂਸਰੀ ਮੋਟਰ ਅਡੈਪਟੇਸ਼ਨ ਅਕੋਰਡਿੰਗ ਟੂ ਪਿਆਜੇ ਏਜ। ਪਿਆਜੋ ਤੋਂ ਵੇਖ ਲਓ ਕਿੰਨੇ ਪ੍ਰਸ਼ਨ ਬਣ ਰਹੇ ਆ ਐਂਡ ਕੀ ਇਹਨਾਂ ਪ੍ਰਸ਼ਨਾਂ ਨੂੰ ਮੈਂ ਬਣਾਇਆ ਆ? ਬਿਲਕੁਲ ਵੀ ਨਹੀਂ, ਇਹ ਤੁਹਾਡੇ ਪੁਰਾਣੇ ਸਾਲਾਂ ਵਿੱਚ ਪ੍ਰਸ਼ਨ ਆ ਚੁੱਕੇ ਆ। ਸੋ ਇਹਦਾ ਜਵਾਬ ਦੇਖੋ ਤੁਸੀਂ ਕੀ ਹੋਊਗਾ।
ਪਿਆਜੇ ਅਨੁਸਾਰ ਸੰਵੇਦਕ ਮੋਟਰ ਅਨੁਕੂਲਨ ਦਾ ਕਾਲ ਹੈਗਾ ਆ 1 ਤੋਂ 3 ਸਾਲ, 0 ਤੋਂ 2 ਸਾਲ, 3 ਤੋਂ 5, 4 ਤੋਂ 6। ਸੋ ਆਪਸ਼ਨ ਨੰਬਰ ਬੀ ਜਿਹੜਾ ਜਵਾਬ ਹੈਗਾ ਜੀ ਇਹ ਤੁਹਾਡਾ ਸਹੀ ਹੋਊਗਾ। ਇਹਨੂੰ ਮੈਂ ਜ਼ਿਆਦਾ ਸਮਝਾਉਣ ਦੀ ਕੋਸ਼ਿਸ਼ ਵੀ ਨਹੀਂ ਕਰੂੰਗਾ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਸੈਂਸਰੀ ਮੋਟਰ ਸਟੇਜ ਬਾਰੇ। ਸੋ ਆਪਸ਼ਨ ਨੰਬਰ ਬੀ ਜਿਹੜਾ ਜਵਾਬ ਹੈਗਾ ਜੀ ਇਹ ਤੁਹਾਡਾ ਸਹੀ ਹੈ। ਸੈਸ਼ਨ ਕਿਹੋ ਜਿਹਾ ਲੱਗਿਆ ਮੈਨੂੰ ਲਾਈਕ ਕਰਕੇ ਜ਼ਰੂਰ ਦੱਸਿਓ ਕਿਉਂਕਿ ਅੱਜ ਕੱਲ੍ਹ ਤੁਸੀਂ ਜਿਹੜੀ ਲਾਈਕਸ ਦੀ ਗਿਣਤੀ ਹੈਗੀ ਆ ਉਹ ਬਹੁਤ ਜ਼ਿਆਦਾ ਘੱਟ ਦੇ ਰਹੇ ਹੋ। ਕਮੈਂਟ ਵੀ ਪ੍ਰੋਪਰ ਨਹੀਂ ਮਿਲ ਰਹੇ ਮੈਨੂੰ, ਵੀ ਥੋੜ੍ਹੇ ਬਹੁਤ ਹੀ ਕਮੈਂਟ ਮਿਲਦੇ ਹੁੰਦੇ ਆ। ਸਾਥੀ ਵੀਡੀਓਜ਼ ਤਾਂ ਦੇਖ ਲੈਂਦੇ ਆ ਅਤੇ ਕਮੈਂਟ ਵਗੈਰਾ ਨਹੀਂ ਕਰਦੇ। ਜੇ ਅਗਲਾ ਬੰਦਾ ਤੁਹਾਡੇ ਲਈ ਥੋੜ੍ਹਾ ਬਹੁਤ ਐਫਰਟ ਕਰ ਰਿਹਾ ਤਾਂ ਤੁਹਾਡਾ ਵੀ ਫਰਜ਼ ਬਣਦਾ ਆ ਅਸੀਂ ਵੀ ਕਰੀਏ। ਸੋ ਦੋਸਤੋ ਸੈਸ਼ਨ ਦੀ PDF ਨੂੰ ਮੈਂ ਆਪਣੇ ਟੈਲੀਗ੍ਰਾਮ ਚੈਨਲ 'ਤੇ ਭੇਜ ਦੂੰਗਾ। ਇਹੋ ਜਿਹੀਆਂ ਵੀਡੀਓਜ਼ ਪ੍ਰਾਪਤ ਕਰਦੇ ਰਹਿਣ ਲਈ ਬੈਲ ਆਈਕਨ ਪ੍ਰੈਸ ਕਰ ਲਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ, ਇੱਕ ਸੋਹਣਾ ਜਿਹਾ ਕਮੈਂਟ ਛੱਡ ਦਿਓ। ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ਬਲੈਸ ਯੂ ਆਲ।